ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ 'ਚ COPR ਧਾਰਕ ਹੋ ਸਕਣਗੇ ਦਾਖਲ। ਅੱਜ ਤੋਂ COPR ਧਾਰਕਾਂ ਨੂੰ ਦਾਖਲੇ ਦੀ ਇਜਾਜ਼ਤ। ਕੁਆਰੰਟੀਨ ਬਾਰੇ ਸਰਕਾਰ ਨੇ ਐਲਾਨ ਕੀਤੀ ਯੋਜਨਾ। ਬੱਚਿਆਂ ਨੂੰ ਸਰਕਾਰ ਨੇ ਕੁਆਰੰਟੀਨ ਤੋਂ ਦਿੱਤੀ ਰਾਹਤ। ਕੈਨੇਡਾ ਨੇ ਪਾਕਿਸਤਾਨ ਦੇ ਨਾਲ ਉਡਾਨਾਂ ਤੋਂ ਹਟਾਈ ਰੋਕ। ਜਾਣੋ ਕੈਨੇਡਾ ਦੇ ਵਿੱਚ ਕੀ ਹਨ ਕਰੋਨਾ ਦੇ ਮੌਜੂਦਾ ਹਾਲਾਤ। ਰੈਫਿਊਜੀਆਂ ਨੂੰ ਪੱਕਾ ਕਰਨ ਦੇ ਬਾਰੇ ਆਈ ਜਾਣਕਾਰੀ। ਸਾਲ ਦੇ ਵਿੱਚ 45,000 ਤੋਂ ਵੱਧ ਰਿਫਿਊਜੀ ਕੀਤੇ ਜਾਣਗੇ ਪੱਕੇ। ਇੱਕ ਘਰ 'ਚੋਂ ਮਿਲੀਆਂ 2 ਲਾਸ਼ਾਂ। ਹੁਣ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ। ਇਸ ਹਫ਼ਤੇ ਕੈਨੇਡਾ ਨੂੰ ਮਿਲਣਗੇ 5.2 ਮਿਲੀਅਨ ਟੀਕੇ। ਅਨੀਤਾ ਆਨੰਦ ਨੇ ਕੀਤੀ ਇਸ ਦੀ ਪੁਸ਼ਟੀ। ਜਿਹੜੇ ਵੈਲਿਡ COPR ਹੋਲਡਰ ਹਨ ਉਹ ਹੁਣ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਹਨ। ਇਸ ਦੇ ਨਾਲ ਸੰਬੰਧਿਤ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਅੱਜ ਤੋਂ ਕੈਨੇਡਾ ਦੇ ਵਿੱਚ ਵੈਲਿਡ COPR ਹੋਲਡਰਸ ਨੂੰ ਦਾਖਲੇ ਦੀ ਇਜਾਜ਼ਤ ਹੋਵੇਗੀ। ਜਿਨ੍ਹਾਂ ਦਾ COPR ਐਕਸਪਾਇਰ ਹੋ ਚੁੱਕਾ ਹੈ, ਜਾਣੀ ਕਿ ਜਿਸ ਦੀ ਮਿਆਦ ਲੰਘ ਚੁੱਕੀ ਹੈ, ਉਸ ਦੇ ਬਾਰੇ ਜਲਦ ਹੀ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜੂਨ 21 ਤੋਂ ਕੈਨੇਡਾ ਦੇ ਵਿੱਚ COPR ਹੋਲਡਰ ਦਾਖਲ ਹੋ ਸਕਦੇ ਹਨ। ਜੀ ਹਾਂ, ਜਿਨ੍ਹਾਂ ਕੋਲ ਵੈਲਿਡ ਕਨਫਰਮੇਸ਼ਨ ਆਫ PR ਹੈ ਉਹ ਅੱਜ ਤੋਂ ਕੈਨੇਡਾ ਦੇ ਵਿੱਚ ਐਂਟਰ ਹੋ ਸਕਣਗੇ। ਇਸ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਨਵੀਂ COPR ਇਸ਼ੂ ਕਰਨ ਦੇ ਲਈ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ। COPR ਉਹਨਾਂ ਨੂੰ ਜਾਰੀ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ IRCC ਵੱਲੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ IRCC ਦੇ ਪ੍ਰੋਗਰਾਮ ਕ੍ਰਾਈਟੇਰੀਆ ਨੂੰ ਪੂਰਾ ਕੀਤਾ ਜਾਂਦਾ ਹੈ, ਆਪਣੀਆਂ ਫੀਸਾਂ ਭਰੀਆਂ ਜਾਂਦੀਆਂ ਨੇ, ਹੈਲਥ ਸਿਕਿਉਰਿਟੀ ਐਂਡ ਕ੍ਰਿਮੀਨੈਲਿਟੀ ਸਕਰੀਨਿੰਗ ਪਾਸ ਕੀਤੀਆਂ ਜਾਂਦੀਆਂ ਨੇ, COPR ਦੇ ਨਾਲ ਉਹ ਕੈਨੇਡਾ ਦੇ ਵਿੱਚ ਟਰੈਵਲ ਕਰ ਸਕਦੇ ਨੇ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਨੇ। ਮਾਰਚ 2020 ਤੋਂ ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। ਕੈਨੇਡੀਅਨ ਸਰਕਾਰ ਦੇ ਮੁਤਾਬਕ 23,000 COPRs ਨੂੰ ਦਾਖਲੇ ਦੀ ਇਜਾਜ਼ਤ ਨਹੀਂ ਸੀ ਤੇ ਹੁਣ ਤਾਜ਼ਾ ਜਾਣਕਾਰੀ ਦੇ ਮੁਤਾਬਕ ਜਿਨ੍ਹਾਂ ਕੋਲ ਵੈਲਿਡ COPR ਹੈ, ਜੋ ਕਿ ਮਾਰਚ 18, 2020 ਤੋਂ ਪਹਿਲਾਂ ਦੀ ਹੈ, ਉਹਨਾਂ ਨੂੰ ਕੈਨੇਡਾ ਦੇ ਵਿੱਚ ਯਾਤਰਾ ਸੰਬੰਧੀ ਪਾਬੰਦੀਆਂ ਤੋਂ ਰਾਹਤ ਦਿੱਤੀ ਜਾਵੇਗੀ। ਜਿਨ੍ਹਾਂ ਕੋਲ ਮਾਰਚ 18, 2020 ਤੋਂ ਬਾਅਦ ਦੀ COPR ਹੈ, ਉਹ ਕੈਨੇਡਾ ਤਾਂ ਹੀ ਦਾਖਲ ਹੋ ਸਕਦੇ ਨੇ ਜੇਕਰ ਉਹ ਕੈਨੇਡਾ ਦੀ ਕਿਸੇ ਹੋਰ ਟਰੈਵਲ ਐਗਜ਼ੈਂਪਸ਼ਨ ਨੂੰ ਪੂਰਾ ਕਰਦੇ ਨੇ, ਯੂਨਾਈਟਿਡ ਸਟੇਟਸ ਦੇ ਰਹਿਣ ਵਾਲੇ ਨੇ ਜਾਂ ਫਿਰ ਕੈਨੇਡਾ ਦੇ ਵਿੱਚ ਪਰਮਾਨੈਂਟਲੀ ਸੈਟਲ ਹੋਣਾ ਚਾਹੁੰਦੇ ਨੇ। ਜਿਹੜੇ COPR ਹੋਲਡਰ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੂੰ ਯਾਤਰਾ ਸੰਬੰਧੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਦੇ ਵਿੱਚ 14 ਦਿਨਾਂ ਕੁਆਰੰਟੀਨ ਵੀ ਸ਼ਾਮਲ ਹੈ। ਇਸ ਦੇ ਬਾਰੇ ਬਾਕੀ ਸਾਰੀ ਜਾਣਕਾਰੀ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਸਾਂਝੀ ਕੀਤੀ ਜਾਵੇਗੀ। ਜੁਲਾਈ 5 ਤੋਂ ਜਿਹੜੇ ਵੀ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਹੁਣ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਫੈਡਰਲ ਸਰਕਾਰ ਵੱਲੋਂ ਇਸ ਦੇ ਨਾਲ ਸੰਬੰਧਿਤ ਸਾਰੀ ਯੋਜਨਾ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕਿਹੜੇ ਫੁੱਲੀ ਵੈਕਸੀਨੇਟਡ ਕਿਵੇਂ ਕੁਆਰੰਟੀਨ ਤੋਂ ਬਚ ਸਕਦੇ ਹਨ। ਜੀ ਹਾਂ, ਸਰਕਾਰ ਨੇ ਇਸ ਸੰਬੰਧੀ ਯੋਜਨਾ ਸਾਂਝੀ ਕਰਦਿਆਂ ਦੱਸਿਆ ਹੈ ਕਿ ਜਿਹੜੇ ਯਾਤਰੀ ਜਿਨ੍ਹਾਂ ਦੇ ਐਸਟ੍ਰਾਜੈਨੇਕਾ, ਫਾਈਜ਼ਰ, ਮੋਡਰਨਾ ਦੇ 2 ਡੋਜ਼ ਅਤੇ ਜੌਨਸਨ ਟੀਕੇ ਦਾ 1 ਡੋਜ਼ ਲੱਗਾ ਹੋਏਗਾ, ਹੁਣ ਕੈਨੇਡਾ ਦਾਖਲੇ ਦੇ ਉੱਪਰ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਏਗਾ। ਜੋ ਬੱਚਿਆਂ ਦੇ ਨਾਲ ਸੰਬੰਧਿਤ ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ, ਇਸ ਦੇ ਬਾਰੇ ਵੀ ਜੋ ਜਾਣਕਾਰੀ ਹੈ ਉਹ ਸਰਕਾਰ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਿਹੜੇ ਫੁੱਲੀ ਵੈਕਸੀਨੇਟਡ ਮਾਂ-ਬਾਪ ਦੇ ਨਾਲ 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਕੈਨੇਡਾ ਦੇ ਵਿੱਚ ਯਾਤਰਾ ਕਰਦੇ ਨੇ, ਜਿਸ ਦਾ ਮਤਲਬ ਹੈ ਕਿ ਜੇਕਰ ਮਾਂ-ਬਾਪ ਦੇ 2 ਡੋਜ਼ ਲੱਗੇ ਹੋਏ ਨੇ ਤਾਂ ਬੱਚਿਆਂ ਨੂੰ ਵੀ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ, ਪਰ ਬੱਚਿਆਂ ਨੂੰ ਘਰ ਦੇ ਵਿੱਚ ਆਈਸੋਲੇਟ ਕਰਨਾ ਹੋਏਗਾ। ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਦੇ ਬਾਰੇ ਸਪਸ਼ਟ ਯੋਜਨਾ ਸਾਂਝੀ ਕੀਤੀ ਜਾਵੇ, ਉਹ ਸਰਕਾਰ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਫੈਡਰਲ ਸਰਕਾਰ ਵੱਲੋਂ ਜੋ ਕੁਆਰੰਟੀਨ ਖਤਮ ਕਰਨ ਸੰਬੰਧੀ ਐਲਾਨ ਕੀਤਾ ਗਿਆ ਸੀ ਉਹ ਹੁਣ ਜੁਲਾਈ 5 ਤੋਂ ਲਾਗੂ ਹੋਵੇਗਾ। ਫੈਡਰਲ ਸਰਕਾਰ ਵੱਲੋਂ ਕੁਆਰੰਟੀਨ ਦੇ ਵਿੱਚ ਰਾਹਤ ਦੇਣ ਸੰਬੰਧੀ ਸਾਰੀ ਯੋਜਨਾ ਸਾਂਝੀ ਕੀਤੀ ਗਈ ਹੈ। ਇਸ ਐਲਾਨ ਦੇ ਮੁਤਾਬਕ ਜਿਹੜੇ ਫੁੱਲੀ ਵੈਕਸੀਨੇਟਡ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਫੁੱਲੀ ਵੈਕਸੀਨੇਟਡ ਦਾ ਮਤਲਬ ਹੈ ਕਿ ਯਾਤਰੀਆਂ ਦੇ ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ ਦੇ 2 ਸ਼ਾਟ ਜਾਂ ਫਿਰ ਜੌਨਸਨ ਟੀਕੇ ਦਾ 1 ਸ਼ਾਟ ਲੱਗਿਆ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਭਾਰਤ ਦੇ ਵਿੱਚ ਜੋ ਕੋਵਾਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ ਉਹ ਐਸਟ੍ਰਾਜੈਨੇਕਾ ਟੀਕੇ ਦੀ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ। ਇਹ ਨਿਯਮ ਜੁਲਾਈ 5 ਤੋਂ ਲਾਗੂ ਹੋਣ ਜਾ ਰਿਹਾ ਹੈ। ਇਹ ਉਹਨਾਂ ਦੇ ਉੱਪਰ ਲਾਗੂ ਹੋਏਗਾ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਦੇ ਵਿੱਚ ਸਿਟੀਜ਼ਨ, PR ਅਤੇ ਜਿਹੜੇ ਇੰਡੀਅਨ ਐਕਟ ਦੇ ਅਧੀਨ ਰਜਿਸਟਰਡ ਹਨ ਉਹੀ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਆਉਣ ਵਾਲੇ ਯਾਤਰੀਆਂ ਨੂੰ ਆਪਣੀ ਵੈਕਸੀਨ ਸੰਬੰਧੀ ਸਾਰੀ ਜਾਣਕਾਰੀ ਅਰਾਈਵ ਕੈਨ ਐਪ ਦੇ ਵਿੱਚ ਅਪਲੋਡ ਕਰਨੀ ਹੋਵੇਗੀ।
ਉਹਨਾਂ ਵੱਲੋਂ ਕੈਨੇਡਾ ਦਾਖਲ ਹੋਣ ਤੋਂ ਪਹਿਲਾਂ ਅਜਿਹਾ ਕਰਨਾ ਹੋਵੇਗਾ। ਯਾਤਰੀਆਂ ਨੂੰ ਦਾਖਲੇ ਤੋਂ 72 ਘੰਟੇ ਪਹਿਲਾਂ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਤੇ ਜਦੋਂ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਦਾ ਉੱਥੇ ਵੀ ਕੋਵਿਡ ਟੈਸਟ ਕੀਤਾ ਜਾਵੇਗਾ। ਜੇਕਰ ਯਾਤਰੀ ਦਾ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਸ ਨੂੰ ਕੁਆਰੰਟਾਈਨ ਕਰਨਾ ਹੋਏਗਾ, ਨਹੀਂ ਤਾਂ ਉਸ ਨੂੰ ਕੁਆਰੰਟਾਈਨ ਤੋਂ ਰਾਹਤ ਦਿੱਤੀ ਜਾਵੇਗੀ। ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਫੁੱਲੀ ਵੈਕਸੀਨੇਟਡ ਹੋ ਤੇ ਤੁਹਾਡਾ ਕੋਵਿਡ ਟੈਸਟ ਨੈਗੇਟਿਵ ਆਉਂਦਾ ਹੈ ਤੇ ਤੁਹਾਨੂੰ ਕੁਆਰੰਟਾਈਨ ਤੋਂ ਰਾਹਤ ਦਿੱਤੀ ਜਾਵੇਗੀ। ਬੱਚੇ ਕੈਨੇਡਾ ਦੇ ਵਿੱਚ ਕਿਵੇਂ ਯਾਤਰਾ ਕਰ ਸਕਦੇ ਨੇ, ਇਸ ਦੀ ਜਾਣਕਾਰੀ ਵੀ ਫੈਡਰਲ ਸਰਕਾਰ ਵੱਲੋਂ ਸਾਂਝੀ ਕੀਤੀ ਜਾ ਚੁੱਕੀ ਹੈ। ਜਿਹੜੇ ਬੱਚੇ ਆਪਣੇ ਫੁੱਲੀ ਵੈਕਸੀਨੇਟਡ ਮਾਂ-ਬਾਪ ਦੇ ਨਾਲ ਯਾਤਰਾ ਕਰਨਗੇ ਉਹਨਾਂ ਨੂੰ ਕੁਆਰੰਟਾਈਨ ਤੋਂ ਰਾਹਤ ਦਿੱਤੀ ਜਾਵੇਗੀ, ਪਰ ਬੱਚਿਆਂ ਨੂੰ ਘਰ ਦੇ ਵਿੱਚ ਕੁਆਰੰਟਾਈਨ ਕਰਨਾ ਹੋਵੇਗਾ। ਸਰਕਾਰ ਵੱਲੋਂ ਜੋ ਯਾਤਰਾ ਦੇਣ ਸੰਬੰਧੀ ਯੋਜਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਉਸ ਦੇ ਪਹਿਲੇ ਪੜਾਅ ਦੇ ਤਹਿਤ ਜੋ ਕੁਆਰੰਟਾਈਨ ਖਤਮ ਕੀਤਾ ਗਿਆ ਹੈ ਉਸ ਦੀ ਸਾਰੀ ਯੋਜਨਾ ਸਾਂਝੀ ਕਰ ਦਿੱਤੀ ਗਈ ਹੈ। ਦੂਸਰੇ ਫੇਜ਼ ਦੀ ਜਾਣਕਾਰੀ ਅਜੇ ਸਰਕਾਰ ਵੱਲੋਂ ਸਾਂਝੀ ਨਹੀਂ ਕੀਤੀ ਗਈ। ਇਸ ਦੂਸਰੇ ਫੇਜ਼ ਦੇ ਤਹਿਤ ਸਰਕਾਰ ਵੱਲੋਂ ਬਾਰਡਰ ਖੋਲ੍ਹਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਕਿਉਂਕਿ ਲਗਾਤਾਰ ਸਰਕਾਰ ਦੇ ਉੱਪਰ ਟ੍ਰੇਡ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕਾਂ ਵੱਲੋਂ ਬਾਰਡਰ ਖੋਲ੍ਹਣ ਸੰਬੰਧੀ ਜ਼ੋਰ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਜੁਲਾਈ 21 ਤੱਕ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਰਹੇਗੀ, ਜਿਸ ਦਾ ਮਤਲਬ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਜੋ ਸਰਕਾਰ ਵੱਲੋਂ ਰੋਕ ਲਗਾਈ ਗਈ ਸੀ ਉਹ ਹੁਣ ਜੁਲਾਈ 21 ਤੱਕ ਲਾਗੂ ਰਹਿਣ ਵਾਲੀ ਹੈ। ਕੈਨੇਡਾ ਵੱਲੋਂ ਜੋ ਭਾਰਤ ਦੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ ਉਸ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਹੈ। ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਜੁਲਾਈ 21 ਤੱਕ ਰੋਕ ਰਹੇਗੀ, ਪਰ ਕੈਨੇਡਾ ਵੱਲੋਂ ਜੋ ਪਾਕਿਸਤਾਨ ਦੇ ਨਾਲ ਫਲਾਈਟਸ ਦੇ ਉੱਪਰ ਰੋਕ ਲਗਾਈ ਗਈ ਸੀ ਉਸ ਨੂੰ ਹੁਣ ਅੱਗੇ ਨਹੀਂ ਵਧਾਇਆ ਗਿਆ। ਇਸ ਖਬਰ ਦੇ ਵਿੱਚ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਵਿੱਚ ਕੀ ਕਰੋਨਾ ਵਾਇਰਸ ਦੇ ਹਾਲਾਤ ਨੇ ਤੇ ਕਿਸ ਸੂਬੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਵੱਲੋਂ ਜੋ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ ਉਸ ਨੂੰ ਜੁਲਾਈ 21 ਤੱਕ ਵਧਾ ਦਿੱਤਾ ਗਿਆ ਹੈ, ਪਰ ਪਾਕਿਸਤਾਨ ਦੀਆਂ ਉਡਾਨਾਂ ਦੇ ਉੱਪਰ ਜੋ ਰੋਕ ਕੈਨੇਡਾ ਨੇ ਲਗਾਈ ਸੀ ਉਹ ਹੁਣ ਅੱਗੇ ਨਹੀਂ ਵਧਾਈ ਗਈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਅਗਲੇ 30 ਦਿਨਾਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਫੈਡਰਲ ਸਰਕਾਰ ਵੱਲੋਂ ਜੋ ਪਾਕਿਸਤਾਨ ਦੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ ਉਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਡਾਇਰੈਕਟ ਕਾਮਰਸ਼ੀਅਲ ਅਤੇ ਪ੍ਰਾਈਵੇਟ ਪੈਸੇਂਜਰ ਫਲਾਈਟਸ ਦੇ ਉੱਪਰ ਜੁਲਾਈ 21 ਤੱਕ ਰੋਕ ਰਹੇਗੀ। ਭਾਰਤ ਦੇ ਵਿੱਚ ਜੋ ਡੈਲਟਾ ਵੇਰੀਐਂਟ ਪਾਇਆ ਗਿਆ ਉਸ ਤੋਂ ਬਾਅਦ ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਜੋ ਪਾਬੰਦੀਆਂ ਇਹਨਾਂ ਉਡਾਨਾਂ ਦੇ ਉੱਪਰ ਲਗਾਈਆਂ ਗਈਆਂ ਸਨ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਕੈਨੇਡਾ ਸਰਕਾਰ ਨੇ ਵਧਾ ਦਿੱਤਾ ਹੈ। ਹੁਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ontario ਤੋਂ 24 ਘੰਟਿਆਂ ਦੌਰਾਨ 270 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ। ਮਿਨਿਸਟਰੀ ਆਫ ਹੈਲਥ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 3 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ, ਜਿਸ ਤੋਂ ਬਾਅਦ ਪ੍ਰੋਵਿੰਸ ਦੇ ਵਿੱਚ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9022 ਹੋ ਗਿਆ ਹੈ। अस्पताल ਦੇ ਵਿੱਚ 323 ਦੇ ਕਰੀਬ ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ ਅਤੇ 202 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 90 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਜਾਨ ਇਸ ਵਾਇਰਸ ਦੇ ਕਾਰਨ ਨਹੀਂ ਗਈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,74,011 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,191 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਹੁਣ ਤੱਕ ਸੂਬੇ ਦੇ ਵਿੱਚ ਜਾ ਚੁੱਕੀਆਂ ਨੇ। अस्पताल ਦੇ ਵਿੱਚ 168 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 39 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ 79% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 19% ਦੀ ਆਬਾਦੀ ਨੂੰ 2 ਡੋਜ਼ ਲਗਾਈ ਜਾ ਚੁੱਕੀ ਹੈ। ਮੈਨੀਟੋਬਾ ਵੱਲੋਂ ਜੋ ਵੈਕਸੀਨ ਦੇ ਨਾਲ ਸੰਬੰਧਿਤ ਟੀਚਾ ਤੈਅ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਮੈਨੀਟੋਬਾ ਵੱਲੋਂ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਮੈਨੀਟੋਬਾ ਵੱਲੋਂ ਆਪਣਾ ਕੈਨੇਡਾ ਡੇ ਵੈਕਸੀਨੇਸ਼ਨ ਟਾਰਗੇਟ ਪੂਰਾ ਕਰ ਲਿਆ ਗਿਆ ਹੈ। ਪ੍ਰੋਵਿੰਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜੇਕਰ ਵੈਕਸੀਨ ਦੇ ਨਾਲ ਸੰਬੰਧਿਤ ਟੀਚਾ ਪੂਰਾ ਕੀਤਾ ਜਾਵੇਗਾ ਤੇ ਜੁਲਾਈ 1 ਤੋਂ ਜੋ ਗੈਦਰਿੰਗ ਦੇ ਉੱਪਰ ਪਾਬੰਦੀ ਲਗਾਈ ਗਈ ਹੈ ਉਸ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਕੈਨੇਡਾ ਦੇ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋਏ ਨੇ, ਜਿਸ ਤੋਂ ਬਾਅਦ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਵੱਲੋਂ ਪਹਿਲਾਂ ਹੀ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ ਜਾ ਚੁੱਕੇ ਹਨ, ਜਿਸ ਦੇ ਵਾਸਤੇ ਵੈਕਸੀਨੇਸ਼ਨ ਦਾ ਟਾਰਗੇਟ ਤੈਅ ਕੀਤਾ ਗਿਆ ਸੀ। ਕੈਨੇਡਾ ਵਿੱਚ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ।
26,082 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 13.7 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਦੇ ਦੌਰਾਨ 45,000 ਰਿਫਿਊਜੀ ਕੈਨੇਡਾ ਦੇ ਵਿੱਚ ਪੱਕੇ ਕੀਤੇ ਜਾਣਗੇ। ਜੀ ਹਾਂ, ਇਹ ਜਾਣਕਾਰੀ ਜਿਹੜੀ ਹੈ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਇਹ ਵੀ ਦੱਸਿਆ ਹੈ ਕਿ ਹੁਣ ਤੱਕ 17,000 ਤੋਂ ਵੱਧ ਰਿਫਿਊਜੀ ਕੈਨੇਡਾ ਦੇ ਵਿੱਚ ਇਸ ਸਾਲ ਪੱਕੇ ਕੀਤੇ ਜਾ ਚੁੱਕੇ ਨੇ। ਵੱਡੀ ਗਿਣਤੀ ਰਿਫਿਊਜੀ ਅਤੇ ਉਹਨਾਂ ਦੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਵੱਲੋਂ PR ਹਾਸਲ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਰਿਫਿਊਜੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਇਸ ਸਾਲ ਵਿੱਚ ਕੈਨੇਡਾ ਵੱਲੋਂ 45,000 ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਉਹਨਾਂ ਵੱਲੋਂ ਨਿਊਜ਼ ਕਾਨਫਰੰਸ ਦੇ ਦੌਰਾਨ ਸਾਂਝੀ ਕੀਤੀ ਗਈ। ਇਸ ਸਾਲ ਦਾ ਰਿਫਿਊਜੀਆਂ ਨੂੰ ਪੱਕਾ ਕਰਨ ਦਾ ਟੀਚਾ 23,500 ਤੋਂ ਵਧਾ ਕੇ 45,000 ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਵਿੱਚ 40,000 ਦੇ ਕਰੀਬ ਅਜਿਹੇ ਸਿਆਸੀ ਸ਼ਰਨਾਰਥੀ ਹਨ ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੱਕਾ ਕੀਤਾ ਜਾਵੇ। ਹੁਣ ਤੱਕ 17,900 ਦੇ ਕਰੀਬ ਸਿਆਸੀ ਸ਼ਰਨਾਰਥੀ PR ਹਾਸਲ ਕਰ ਚੁੱਕੇ ਨੇ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੈਨੇਡਾ ਦੀ ਪ੍ਰਾਈਵੇਟ ਰਿਫਿਊਜੀ ਸਪਾਂਸਰਸ਼ਿਪ ਪ੍ਰੋਗਰਾਮ ਦੇ ਵਿੱਚ ਹੋਰ ਸਪੋਰਟ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ 9 ਆਰਗੇਨਾਈਜੇਸ਼ਨ ਨੂੰ ਸਪੋਰਟ ਕਰਨ ਦੇ ਵਾਸਤੇ 2 ਸਾਲਾਂ ਦੇ ਲਈ $3 ਮਿਲੀਅਨ ਦੀ ਇਨਵੈਸਟਮੈਂਟ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਨ੍ਹਾਂ 9 ਆਰਗੇਨਾਈਜੇਸ਼ਨਸ ਦੇ ਵਿੱਚ ਰੇਨਬੋ ਰਿਫਿਊਜੀ ਸੁਸਾਇਟੀ ਇਨ ਵੈਨਕੂਵਰ ਅਤੇ ਐਡਸ ਅਪ ਕੈਨੇਡਾ ਰਿਫਿਊਜੀ ਨੈਟਵਰਕ ਇਨ ਟੋਰਾਂਟੋ ਸ਼ਾਮਿਲ ਹੈ। 2019 ਦੇ ਦੌਰਾਨ ਕੈਨੇਡਾ ਵੱਲੋਂ 30,000 ਦੇ ਕਰੀਬ ਰਿਫਿਊਜੀਜ਼ ਨੂੰ ਰੀਸੈਟਲ ਕੀਤਾ ਗਿਆ ਸੀ। ਪਿਛਲੇ ਸਾਲ ਕੋਰੋਨਾ ਵਾਇਰਸ ਦੇ ਕਾਰਨ ਇਹ ਗਿਣਤੀ 9,000 ਤੋਂ ਵੱਧ ਦੀ ਰਹੀ। ਟੋਰਾਂਟੋ ਦੇ ਇੱਕ ਘਰ ਦੇ ਵਿੱਚੋਂ 2 ਲਾਸ਼ਾਂ ਮਿਲੀਆਂ ਨੇ। ਕਾਂਸਟੇਬਲ ਲੌਰਾ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਘਟਨਾ ਦਾ ਕਿਸੇ ਵੀ ਆਮ ਪਬਲਿਕ ਨੂੰ ਖਤਰਾ ਨਹੀਂ ਹੈ। ਨਾਲ ਹੀ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਨੂੰ ਕੋਈ ਇਸ ਬਾਰੇ ਜਾਣਕਾਰੀ ਹੈ ਤਾਂ ਉਹ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕੀਤੀ ਜਾਵੇ। ਯਾਰਕ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਰਿਚਮੰਡ ਹਿੱਲ ਓਨਟਾਰੀਓ ਦੇ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐਮਰਜੈਂਸੀ ਕ੍ਰਿਊ ਨੂੰ 6 ਵਜੇ ਦੇ ਕਰੀਬ ਵੇਵਿਊ ਏਰੀਆ ਅਤੇ 16th ਐਵੀਨਿਊ ਦੇ ਵਿੱਚ ਬੁਲਾਇਆ ਗਿਆ। ਪੁਲਿਸ ਨੂੰ ਪਹਿਲਾਂ ਲੱਗਿਆ ਕਿ ਇਹ ਫਾਇਰ ਆਰਮ ਇਨਸੀਡੈਂਟ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਹੋਮਿਸਾਈਡ ਡਿਟੈਕਟਿਵਸ ਨੂੰ ਜਾਣਕਾਰੀ ਦਿੱਤੀ ਗਈ। ਕਾਂਸਟੇਬਲ ਲੌਰਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਉੱਪਰ ਹੀ ਵਿਅਕਤੀ ਅਤੇ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਕਾਰਨਰਸ ਵੱਲੋਂ ਨੋਟੀਫਾਈ ਕੀਤਾ ਗਿਆ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ। ਸਪੋਕਸਪਰਸਨ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੇ ਉੱਪਰ ਇੱਕ ਐਂਬੂਲੈਂਸ ਭੇਜੀ ਗਈ, ਪਰ ਇਸ ਦੌਰਾਨ ਕਿਸੇ ਵੀ ਮਰੀਜ਼ ਨੂੰ ਟਰਾਂਸਪੋਰਟ ਨਹੀਂ ਕੀਤਾ ਗਿਆ। ਕਾਂਸਟੇਬਲ ਲੌਰਾ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਕਿਸੇ ਨੂੰ ਵੀ ਜਾਣੀ ਕਿ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਕਿਹਾ ਕਿ ਹੋਮਿਸਾਈਡ ਯੂਨਿਟ ਦੇ ਨਾਲ 1866876785 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਸਕੇ। ਕੈਨੇਡਾ ਨੂੰ ਇਸ ਹਫਤੇ ਕਿੰਨੇ ਵੈਕਸੀਨ ਜਾਣੀ ਕਿ ਟੀਕੇ ਮਿਲਣ ਵਾਲੇ ਨੇ, ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਨੂੰ ਇਸ ਹਫਤੇ 5.2 ਮਿਲੀਅਨ ਦੇ ਕਰੀਬ ਕੋਵਿਡ-19 ਵੈਕਸੀਨ ਮਿਲਣਗੇ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਨੂੰ ਇਸ ਹਫਤੇ ਕਿੰਨੀ ਵੈਕਸੀਨ ਮਿਲਣ ਵਾਲੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਨੂੰ ਇਸ ਹਫਤੇ 5.2 ਮਿਲੀਅਨ ਕੋਵਿਡ-19 ਵੈਕਸੀਨ ਸ਼ਾਟ ਮਿਲਣ ਜਾ ਰਹੇ ਨੇ। ਕੈਨੇਡਾ ਨੂੰ ਫਾਈਜ਼ਰ ਅਤੇ ਬਾਇਓਟੈਕ ਤੋਂ 2.4 ਮਿਲੀਅਨ ਸ਼ਾਟਸ ਮਿਲਣ ਜਾ ਰਹੇ ਨੇ ਤੇ ਮੋਡਰਨਾ ਵੈਕਸੀਨ ਤੋਂ 2.8 ਮਿਲੀਅਨ ਡੋਜ਼ਸ ਮਿਲਣਗੇ, ਜਿਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ 5.2 ਮਿਲੀਅਨ ਦੇ ਕਰੀਬ ਡੋਜ਼ ਕੈਨੇਡਾ ਨੂੰ ਇਸ ਹਫਤੇ ਮਿਲਣਗੀਆਂ। ਫੈਡਰਲ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਿਛਲੇ ਹਫਤੇ ਕੈਨੇਡਾ ਨੂੰ 9 ਮਿਲੀਅਨ ਡੋਜ਼ ਮਿਲੀਆਂ ਨੇ, ਜਿਸ ਦੇ ਕਾਰਨ ਕੈਨੇਡਾ ਦੇ ਵਿੱਚ 20% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਾਏ ਗਏ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਜੂਨ ਮਹੀਨੇ ਦੇ ਆਖਿਰ ਤੱਕ 50 ਮਿਲੀਅਨ ਤੋਂ ਵੱਧ ਡੋਜ਼ਸ ਮਿਲਣਗੀਆਂ। ਅਨੀਤਾ ਆਨੰਦ ਵੱਲੋਂ ਮੋਡਰਨਾ ਦੇ ਡਿਸੀਜਨ ਦਾ ਧੰਨਵਾਦ ਕੀਤਾ ਗਿਆ ਹੈ, ਜਿੱਥੇ ਉਹਨਾਂ ਵੱਲੋਂ ਕੈਨੇਡਾ ਨੂੰ 5 ਮਿਲੀਅਨ ਸ਼ਾਟ ਭੇਜੇ ਜਾਣਗੇ, ਜੋ ਕਿ ਉਹਨਾਂ ਵੱਲੋਂ ਆਪਣੇ ਸਕੈਡਿਊਲ ਤੋਂ ਪਹਿਲਾਂ ਭੇਜੇ ਜਾਣਗੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਆਪਣਾ ਟੀਚਾ ਤੈਅ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰ ਲਿਆ ਗਿਆ ਹੈ।
ਕੈਨੇਡਾ ਦੇ ਵਿੱਚ 75% ਦੀ ਆਬਾਦੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 20% ਤੋਂ ਵੱਧ ਆਬਾਦੀ ਨੂੰ ਕੋਵਿਡ ਵੈਕਸੀਨ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਨੇ। ਇੱਕ ਰਿਪੋਰਟ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਲੋ ਸਕਿਲਡ ਵਰਕਰਸ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦੇ ਹੋਰ ਵੀ ਮੌਕੇ ਦਿੱਤੇ ਜਾਣ। ਜੋ ਫਿਲਹਾਲ ਉਹਨਾਂ ਨੂੰ ਕੈਨੇਡਾ ਦੇ ਵਿੱਚ ਮੌਕੇ ਦਿੱਤੇ ਜਾਂਦੇ ਨੇ ਉਹ ਘੱਟ ਨੇ, ਕਿਉਂਕਿ ਉਹਨਾਂ ਦੇ ਕੰਮ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਤੇ ਇਸ ਦਾ ਮਹੱਤਵ ਜਿਹੜਾ ਹੈ ਉਹ ਕਰੋਨਾ ਵਾਇਰਸ ਦੇ ਦੌਰਾਨ ਪਤਾ ਵੀ ਚੱਲਿਆ। ਇਸ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਲੋ ਸਕਿਲਡ ਵਰਕਰਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦੇ ਹੋਰ ਵੀ ਮੌਕੇ ਦਿੱਤੇ ਜਾਣ। ਇੱਕ ਸਟੱਡੀ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋ ਸਕਿਲਡ ਵਰਕਰਸ ਨੂੰ ਕੈਨੇਡਾ ਦੇ ਵਿੱਚ PR ਦੇਣੀ ਚਾਹੀਦੀ ਹੈ। ਇਸ ਦਾ ਜ਼ਿਕਰ ਰਾਇਰਸਨ ਯੂਨੀਵਰਸਿਟੀ ਪਾਲਿਸੀ ਬਰੀਫ ਦੇ ਵਿੱਚ ਕੀਤਾ ਗਿਆ ਹੈ। ਇਹ ਬਰੀਫ ਕੈਨੇਡਾ ਐਕਸੀਲੈਂਸ ਰਿਸਰਚ ਚੇਅਰ ਇਨ ਮਾਈਗ੍ਰੇਸ਼ਨ ਐਂਡ ਇੰਟੀਗ੍ਰੇਸ਼ਨ ਵੱਲੋਂ ਪਬਲਿਸ਼ ਕੀਤਾ ਗਿਆ। ਹਰ ਸਾਲ ਕੈਨੇਡਾ ਵੱਲੋਂ 3,50,000 ਤੋਂ ਵੱਧ ਨਵੇਂ PR ਦਾ ਸਵਾਗਤ ਕੀਤਾ ਜਾਂਦਾ ਹੈ। ਕਰੋਨਾ ਵਾਇਰਸ ਦੇ ਕਾਰਨ ਵੀ ਕੈਨੇਡਾ ਦੇ ਵਿੱਚ PR ਦਾ ਸਵਾਗਤ ਕੀਤਾ ਜਾਂਦਾ ਰਿਹਾ ਹੈ। ਹਰ ਸਾਲ ਕੈਨੇਡਾ ਦੇ ਵਿੱਚ 6 ਲੱਖ ਦੇ ਕਰੀਬ ਟੈਂਪਰੇਰੀ ਰੈਜ਼ੀਡੈਂਟ ਦਾਖਲ ਹੁੰਦੇ ਨੇ। ਇਹਨਾਂ ਵਿੱਚੋਂ ਜਿਹੜੇ ਜ਼ਿਆਦਾਤਰ PR ਹਾਸਲ ਕਰਦੇ ਨੇ ਉਹਨਾਂ ਵੱਲੋਂ ਹਾਈਲੀ ਸਕਿਲਡ ਆਕਿਊਪੇਸ਼ਨ ਦੇ ਵਿੱਚ ਕੰਮ ਕੀਤਾ ਜਾਂਦਾ ਹੈ। ਜਿਹੜੇ ਲੋ ਸਕਿਲਡ ਆਕਿਊਪੇਸ਼ਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਟੈਂਪਰੇਰੀ ਰੈਜ਼ੀਡੈਂਟ ਦੇ ਕੋਲ PR ਹਾਸਲ ਕਰਨ ਦੇ ਘੱਟ ਮੌਕੇ ਹੁੰਦੇ ਨੇ। ਕੋਵਿਡ ਵਾਇਰਸ ਦੇ ਦੌਰਾਨ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਲੋ ਸਕਿਲਡ ਵਰਕਰਸ ਆਰਥਿਕਤਾ ਦੇ ਵਾਸਤੇ ਕਿੰਨੇ ਜ਼ਰੂਰੀ ਨੇ। ਇਹਨਾਂ ਵਰਕਰਸ ਦੇ ਵੱਲੋਂ ਗ੍ਰੋਸਰੀ ਸਟੋਰ ਕਲਰਕ, ਹਸਪੀਟਲ ਕਲੀਨਰ ਅਤੇ ਫਾਰਮ ਵਰਕਰਸ ਦੇ ਤੌਰ ਦੇ ਉੱਪਰ ਕੰਮ ਕੀਤਾ ਜਾਂਦਾ ਹੈ। ਇਸ ਲੋਅਰ ਸਕਿਲਡ ਜੌਬ ਦੇ ਵਾਸਤੇ ਹੁਣ ਡਿਮਾਂਡ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਹੈ। ਜਿਹੜੇ ਚਾਈਲਡ ਕੇਅਰ, ਫੈਮਿਲੀ ਸਰਵਿਸਿਜ਼, ਕਮਰਸ਼ੀਅਲ ਟਰਾਂਸਪੋਰਟੇਸ਼ਨ, ਫੂਡ ਸਰਵਿਸਿਜ਼ ਅਤੇ ਬਿਲਡਿੰਗ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਸੈਕਟਰ ਨੇ ਉਹਨਾਂ ਦੇ ਵਿੱਚ ਅਗਲੇ 10 ਸਾਲਾਂ ਦੇ ਲਈ ਗਰੋਥ ਪ੍ਰੋਜੈਕਟ ਕੀਤੀ ਗਈ ਹੈ। ਕੈਨੇਡਾ ਦੀ ਏਜਿੰਗ ਪੋਪੂਲੇਸ਼ਨ ਦੇ ਕਾਰਨ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਦੀ ਵੀ ਡਿਮਾਂਡ ਕਾਫੀ ਵੱਧ ਦੇਖੀ ਜਾ ਰਹੀ ਹੈ। ਬਹੁਤ ਸਾਰੇ ਹਾਈ ਸਕਿਲਡ PR ਅਜਿਹੇ ਹਨ ਜਿਨ੍ਹਾਂ ਵੱਲੋਂ ਲੋਅਰ ਸਕਿਲਡ ਜੌਬ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਦੀ ਵੱਧ ਡਿਮਾਂਡ ਹੈ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੱਲੋਂ ਲੋ ਸਕਿਲਡ ਵਰਕਰਸ ਨੂੰ PR ਦੇ ਲਈ ਇਨਵੀਟੇਸ਼ਨ ਜਾਰੀ ਕੀਤੇ ਜਾਂਦੇ ਨੇ। ਇਹ ਸੱਦੇ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਵਰਕਰ ਕੈਟੇਗਰੀ ਦੇ ਅਧੀਨ ਦਿੱਤੇ ਜਾਂਦੇ ਨੇ। ਇਨ ਡਿਮਾਂਡ ਸਕਿਲਸ ਸਟਰੀਮ ਇਨ ਓਨਟਾਰੀਓ ਵੱਲੋਂ ਕੁਝ ਉਹਨਾਂ ਵਰਕਰਸ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਨੇ ਜੋ ਕਿ ਹਾਈ ਨੀਡ ਆਕਿਊਪੇਸ਼ਨ ਦੇ ਨਾਲ ਜੁੜੇ ਹੁੰਦੇ ਨੇ। ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਵੱਲੋਂ ਲੋਅਰ ਸਕਿਲਡ ਵਰਕਰਸ ਨੂੰ ਮੌਕਾ ਦਿੱਤਾ ਜਾਂਦਾ ਹੈ ਜਿਹੜੇ ਨਿਊ ਬਰਨਸਵਿਕ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਮੀਗ੍ਰੇਟ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਹੀ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਵੱਲੋਂ 2,750 ਵਰਕਰਸ ਨੂੰ ਜਿਹੜੇ ਵਰਕਰ ਐਗਰੀਕਲਚਰ ਐਂਡ ਐਗਰੀ ਫੂਡ ਇੰਡਸਟਰੀ ਦੇ ਨਾਲ ਜੁੜੇ ਹੁੰਦੇ ਨੇ PR ਹਾਸਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ 6 ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਐਲਾਨ ਕੀਤੇ ਗਏ ਜੋ ਕਿ ਟੈਂਪਰੇਰੀ ਫੋਰਨ ਵਰਕਰਸ, ਜਿਨ੍ਹਾਂ ਦੇ ਵਿੱਚ ਵਰਕਰ ਇਨ ਹੈਲਥ ਕੇਅਰ, ਅਦਰ ਅਸੈਂਸ਼ੀਅਲ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਫ੍ਰੈਂਚ ਸਪੀਕਿੰਗ ਵਰਕਰ ਐਂਡ ਗ੍ਰੈਜੂਏਟ ਸ਼ਾਮਿਲ ਹਨ। ਇਹਨਾਂ ਸਭ ਦੇ ਵਾਸਤੇ ਲਿਆਂਦੇ ਗਏ ਨੇ। ਇਹਨਾਂ ਪ੍ਰੋਗਰਾਮਸ ਤੋਂ ਇਲਾਵਾ ਸਟੱਡੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਜ਼ਿਆਦਾ ਲੋ ਸਕਿਲਡ ਵਰਕਰਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਨੇ। ਵਿਨੀਪੈਗ ਨੂੰ 2019 ਦੇ ਮੁਕਾਬਲੇ 2020 ਦੇ ਵਿੱਚ ਘਾਟਾ ਪਿਆ ਹੈ। ਇਸ ਡੈਫੀਸਿਟ ਦੇ ਬਾਰੇ ਜਾਣਕਾਰੀ ਇੱਕ ਰਿਪੋਰਟ ਦੇ ਵਿੱਚ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਇਹ ਘਾਟਾ ਕਿਉਂ ਪਿਆ, ਜਾਣੀ ਕਿ ਇਸ ਡੈਫੀਸਿਟ ਦੇ ਕਾਰਨ ਜਿਹੜੇ ਨੇ ਉਹ ਰਿਪੋਰਟ ਦੇ ਵਿੱਚ ਦੱਸੇ ਗਏ। ਇਸ ਦਾ ਇੱਕ ਕਾਰਨ ਕਰੋਨਾ ਵਾਇਰਸ ਵੀ ਦੱਸਿਆ ਗਿਆ ਹੈ। 2019 ਦੇ ਮੁਕਾਬਲੇ 2020 ਦੇ ਦੌਰਾਨ ਵਿਨੀਪੈਗ ਦਾ ਡੈਫੀਸਿਟ ਵਧ ਰਿਹਾ ਹੈ। ਇਸ ਦਾ ਖੁਲਾਸਾ ਇੱਕ ਰਿਪੋਰਟ ਦੇ ਵਿੱਚ ਹੋਇਆ। ਵਿਨੀਪੈਗ ਦੀ ਐਨੂਅਲ ਫਾਈਨੈਂਸ਼ੀਅਲ ਰਿਪੋਰਟ ਦੇ ਵਿੱਚ ਪਤਾ ਚੱਲਿਆ ਹੈ ਕਿ 2020 ਦੇ ਵਿੱਚ ਵਿਨੀਪੈਗ ਦਾ ਡੈਫੀਸਿਟ 52.4 ਮਿਲੀਅਨ ਡਾਲਰ ਰਿਕਾਰਡ ਕੀਤਾ ਗਿਆ ਜੋ ਕਿ ਪਿਛਲੇ ਸਾਲ 20.6 ਮਿਲੀਅਨ ਡਾਲਰ ਰਿਹਾ। 2019 ਦੇ ਮੁਕਾਬਲੇ 2020 ਦੇ ਵਿੱਚ ਕੰਸੋਲੀਡੇਟਡ ਰੈਵਨਿਊ 1.84 ਬਿਲੀਅਨ ਡਾਲਰ ਰਿਹਾ ਜੋ ਕਿ 2019 ਦੇ ਦੌਰਾਨ 2.14 ਬਿਲੀਅਨ ਡਾਲਰ ਸੀ। ਡੈਫੀਸਿਟ ਦੇ ਵਿੱਚ ਜੋ ਫਰਕ ਦਰਜ ਕੀਤਾ ਗਿਆ ਹੈ ਉਸ ਦੇ ਪਿੱਛੇ ਕਈ ਕਾਰਨ ਦੱਸੇ ਗਏ। ਇਸ ਦੇ ਲਈ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਜੋ ਕੈਪੀਟਲ ਗ੍ਰਾਂਟ ਟ੍ਰਾਂਸਫਰ ਘੱਟ ਹੋਏ ਨੇ। ਇਸ ਦੇ ਪਿੱਛੇ ਬਾਕੀ ਕਾਰਨ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵੀ ਮੰਨੇ ਗਏ ਨੇ, ਜਿਵੇਂ ਕਿ ਟ੍ਰਾਂਜ਼ਿਟ ਫੇਅਰਸ ਦੇ ਵਿੱਚ ਪਾਰਕਿੰਗ ਰੈਵਨਿਊ, ਇਵੈਂਟ ਹੋਸਟਿੰਗ ਅਤੇ ਰੀਕ੍ਰੀਏਸ਼ਨ ਸਰਵਿਸਿਜ਼ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ। 2020 ਦੇ ਦੌਰਾਨ ਇੰਪੈਕਟ ਫੀ ਰਿਫੰਡਸ ਇਸ ਸ਼ਹਿਰ ਦੇ 37 ਮਿਲੀਅਨ ਡਾਲਰ ਰਹੇ। ਇਸ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 2014 ਤੋਂ 2019 ਦੇ ਵਿਚਕਾਰ ਇਸ ਸ਼ਹਿਰ ਦੀ ਆਬਾਦੀ ਦੇ ਵਿੱਚ 11,800 ਦਾ ਵਾਧਾ ਹੋਇਆ ਹੈ। 2020 ਦੇ ਦੌਰਾਨ ਆਬਾਦੀ ਵੀ ਘੱਟ ਹੋਈ ਹੈ
ਜਿਸ ਦਾ ਮਤਲਬ ਹੈ ਕਿ ਸ਼ਹਿਰ ਦੇ ਵਿੱਚ 2020 ਦੇ ਦੌਰਾਨ 3900 ਜਾਣੇ ਘੱਟ ਹੋਏ ਨੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਐਨੂਅਲ ਪੋਪੂਲੇਸ਼ਨ ਗਰੋਥ ਵਧੇਗੀ, ਜੋ ਕਿ 2022 ਤੱਕ 10,000 ਤੋਂ ਵੱਧ ਹੋ ਸਕਦੀ ਹੈ। ਟੋਰਾਂਟੋ ਦੀ ਜਨਮ ਦਿਨ ਪਾਰਟੀ ਦੇ ਵਿੱਚ ਜੋ ਗੋਲੀਬਾਰੀ ਹੋਈ ਸੀ, ਉਸ ਘਟਨਾ ਦੇ ਸੰਬੰਧ ਦੇ ਵਿੱਚ ਇੱਕ ਸਸਪੈਕਟ ਨੂੰ ਚਾਰਜ ਕੀਤਾ ਗਿਆ ਹੈ। ਜੀ ਹਾਂ, ਇੱਥੇ ਜਨਮ ਦਿਨ ਦੀ ਪਾਰਟੀ ਦੇ ਵਿੱਚ ਗੋਲੀਬਾਰੀ ਹੋਈ, ਜਿਸ ਦੇ ਵਿੱਚ 4 ਜਾਣੇ ਜ਼ਖਮੀ ਹੋਏ। ਇਹਨਾਂ 4 ਜ਼ਖਮੀਆਂ ਦੇ ਵਿੱਚ 3 ਬੱਚੇ ਸ਼ਾਮਿਲ ਸਨ। ਜਾਣਕਾਰੀ ਦੇ ਮੁਤਾਬਕ ਇੱਕ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 2 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੇ ਨਾਲ ਕੋਈ ਹੋਰ ਸਸਪੈਕਟ ਤਾਂ ਨਹੀਂ ਜੁੜੇ ਹੋਏ। ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਜਨਮ ਦਿਨ ਦੀ ਪਾਰਟੀ ਦੇ ਵਿੱਚ ਗੋਲੀਆਂ ਚੱਲੀਆਂ। ਇਸ ਦੌਰਾਨ 4 ਜਾਣੇ ਜ਼ਖਮੀ ਹੋਏ ਨੇ। ਇਹਨਾਂ ਜ਼ਖਮੀ ਹੋਣ ਵਾਲਿਆਂ ਦੇ ਵਿੱਚ 3 ਬੱਚੇ ਸ਼ਾਮਿਲ ਨੇ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਦੱਸੀ ਗਈ ਹੈ। ਟੋਰਾਂਟੋ ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਵਿਕਟਮਸ ਦੇ ਵਿੱਚ 1 ਸਾਲ ਦਾ ਬੱਚਾ, 5 ਸਾਲ ਦੀ ਲੜਕੀ, 11 ਸਾਲ ਦਾ ਬੱਚਾ ਅਤੇ 23 ਸਾਲਾ ਵਿਅਕਤੀ ਸ਼ਾਮਿਲ ਹੈ। ਇਹਨਾਂ ਵਿਕਟਮਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਟੋਰਾਂਟੋ ਪੁਲਿਸ ਸੁਪਰੀਡੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਘਟਨਾ ਦੇ ਵਿੱਚ ਜੋ ਇੱਕ 23 ਸਾਲਾ ਵਿਅਕਤੀ ਜ਼ਖਮੀ ਹੋਇਆ ਹੈ, ਉਸ ਦੀ ਲੱਤ ਦੇ ਵਿੱਚ ਗੋਲੀ ਵੱਜੀ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਵੱਲੋਂ ਵਿਟਨੈਸਸ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਵਿਭਾਗ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਗੋਲੀਬਾਰੀ ਦਾ ਕਾਰਨ ਕੀ ਸੀ, ਉਹ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਉਹਨਾਂ ਨੂੰ ਇਹ ਪਤਾ ਚੱਲਿਆ ਹੈ ਕਿ ਇਹ ਮਾਮਲਾ ਟਾਰਗੇਟਡ ਨਹੀਂ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੋਂ ਇੱਕ ਤੇਜ਼ ਰਫ਼ਤਾਰ ਦੇ ਨਾਲ ਜਾਂਦਾ ਹੋਇਆ ਵਾਹਨ ਵੀ ਦੇਖਿਆ ਗਿਆ। ਟੋਰਾਂਟੋ ਦੇ ਮੇਅਰ ਵੱਲੋਂ ਵੀ ਇਸ ਘਟਨਾ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਵੱਲੋਂ ਇਸ ਗਨ ਵਾਇਲੈਂਸ ਨੂੰ ਕਾਫੀ ਜ਼ਿਆਦਾ ਸ਼ੌਕਿੰਗ ਦੱਸਿਆ ਗਿਆ। ਉਹਨਾਂ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੋਲੀਬਾਰੀ ਟੋਰਾਂਟੋ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਕੈਨੇਡਾ 'ਚ ਸੀਓ ਪੀਆਰ ਧਾਰਕ ਹੋ ਸਕਣਗੇ ਦਾਖਲ। ਅੱਜ ਤੋਂ ਸੀਓ ਪੀਆਰ ਧਾਰਕਾਂ ਨੂੰ ਦਾਖਲੇ ਦੀ ਇਜਾਜ਼ਤ। ਕੁਆਰੰਟੀਨ ਬਾਰੇ ਸਰਕਾਰ ਨੇ ਐਲਾਨ ਕੀਤੀ ਯੋਜਨਾ। ਬੱਚਿਆਂ ਨੂੰ ਸਰਕਾਰ ਨੇ ਕੁਆਰੰਟੀਨ ਤੋਂ ਦਿੱਤੀ ਰਾਹਤ। ਕੈਨੇਡਾ ਨੇ ਪਾਕਿਸਤਾਨ ਦੇ ਨਾਲ ਉਡਾਨਾਂ ਤੋਂ ਹਟਾਈ ਰੋਕ। ਜਾਣੋ ਕੈਨੇਡਾ ਦੇ ਵਿੱਚ ਕੀ ਹਨ ਕਰੋਨਾ ਦੇ ਮੌਜੂਦਾ ਹਾਲਾਤ। ਰੈਫਿਊਜੀਆਂ ਨੂੰ ਪੱਕਾ ਕਰਨ ਦੇ ਬਾਰੇ ਆਈ ਜਾਣਕਾਰੀ। ਸਾਲ ਦੇ ਵਿੱਚ 45,000 ਤੋਂ ਵੱਧ ਰਿਫਿਊਜੀ ਕੀਤੇ ਜਾਣਗੇ ਪੱਕੇ। ਇੱਕ ਘਰ 'ਚੋਂ ਮਿਲੀਆਂ 2 ਲਾਸ਼ਾਂ। ਹੁਣ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ। ਇਸ ਹਫ਼ਤੇ ਕੈਨੇਡਾ ਨੂੰ ਮਿਲਣਗੇ 5.2 ਮਿਲੀਅਨ ਟੀਕੇ। ਅਨੀਤਾ ਆਨੰਦ ਨੇ ਕੀਤੀ ਇਸ ਦੀ ਪੁਸ਼ਟੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।